सतनाम श्री वाहेगुरु साहिब जी। बाणी गुरु गुरु है बाणी, विच बाणी अमृत सारे। गुर बाणी कहे सेवक जन मानै, परतख गुरु निस्तारे। बाणी बिरलो बिचारसी, जे को गुरमुख होए। एह बाणी महा पुरख की, निज घर वासा होए। सज्जन सच्चा पातशाह, सिर शाहां दे शाह। जिस पास बैठिया सोही है, सबना दा वेसाह। सलोक महला पहला, कुल्हां देंदे बावले, लैंदे वड्डे निलज। चूहा खडना मावई, तिकल बन्नै छज। देन दुआई से मरै, जिनको देन से जाहें। नानक हुक्म ना जापई, किथै जाए समाहें। फसल आहाड़ी एक नाम, सावणी सच नाओ। मैं महदूद लिखाया, खस मैं कै दर जाए। दुनिया के दर के तड़े, केते आवह जाहें। केते मंगह मंगते, केते मंग मंग जाहें। महला पहला, 100 मन हस्ती क्यों गुड़ खावे। 5 सै दाना खाए, डकै फूकै खेह उड़ावे। साह गए पछताए, अंधी फूक मुई देवानी। खसम मिट्टी फिर पानी, अध गुल्ला चिड़ी का चुगण। गैन चढ़ी बिल लाए, खस मैं पावे ओहा चंगी। जे करे खुदाए खुदाए।
ਸਾਕਤਾ ਸਿਹੀ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਏ ਹੋਏ ਸਤਾਣਾ ਘੁਰੈ ਨਾ ਮਾਵੈ ਸਾਹੇ ਗੈ ਪਛਤਾਏ ਅੰਧਾ ਕਿਸਨੋ ਬੁਕ ਸੁਣਾਵੈ ਖਸਮੈ ਮੂਲ ਨਾ ਭਾਵੈ ਅਕ ਸਿਉ ਪ੍ਰੀਤ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਏ ਖਸਮੈ ਭਾਵੈ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆ ਚਾਰ ਦਿਹਾੜੇ ਸੁਖ ਕੀ ਤੈ ਦੁਖ ਹੋਈ ਗੱਲਾਂ ਵਾਲੇ ਹੈਣ ਕਨੇਰੇ ਛੱਡ ਨਾ ਸਕੈ ਕੋਈ ਮੱਖੀ ਮਿੱਠੈ ਮਰਨਾ ਜਿਨ ਤੂੰ ਰੱਖੈ ਤਿਨ ਨੇੜ ਨਾ ਆਵੈ ਤਿਨ ਭਉ ਸਾਗਰ ਤਰਨਾ ਪੌੜੀ ਅਗਮ ਅਗੋਚਰ ਤੂੰ ਧਣੀ ਸੱਚਾ ਅਲਖ ਅਪਾਰ ਤੂੰ ਦਾਤਾ ਸਭ ਮੰਗਤੇ ਇਕੋ ਦੇਵਨਹਾਰ ਜਿਨੀ ਸੇਵਿਆ ਤਿਨੀ ਸੁਖ ਪਾਇਆ ਗੁਰਮਤੀ ਵਿਚਾਰ ਇਕ ਨਾਨੋ ਤੁਧ ਏਵੈ ਭਾਵਦਾ ਮਾਇਆ ਨਾਲ ਪਿਆਰ ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵਿਣ ਪ੍ਰੀਤੀ ਭਗਤ ਨਾ ਹੋਵਈ ਵਿਣ ਸਤਿਗੁਰ ਨਾ ਲੱਗੈ ਪਿਆਰ ਤੂੰ ਪ੍ਰਭ ਸਭ ਤੁਧ ਸੇਵੰਦੇ ਇਕ ਢਾਡੀ ਕਰੇ ਪੁਕਾਰ ਦੇਹ ਦਾਨ ਸੰਤੋਖੀਆ ਸੱਚਾ ਨਾਮ ਮਿਲੈ ਆਧਾਰ ਦੇਹ ਦਾਨ ਸੰਤੋਖੀਆ ਸੱਚਾ ਨਾਮ ਮਿਲੈ ਆਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਲੜੀਵਾਰ ਗੁਰੂ ਕੇ ਸ਼ਬਦ 1286 ਅੰਕ ਉੱਤੇ ਸੁਭਾਏਮਾਨ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਸ਼ਲੋਕ ਰੂਪ ਵਿੱਚ ਉਚਾਰਨ ਹੋਏ ਹਨ। ਇਸ ਸ਼ਬਦ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਸਤਿਕਾਰ ਅਤੇ ਸਨਮਾਨਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਸਾਹਿਬਾਨ ਗੁਰਦੁਆਰਾ ਸ੍ਰੀ ਮੰਗਲਾ ਸਾਹਿਬ। ਆਓ ਤਿਨਾਂ ਪਾਸੋਂ ਪ੍ਰੇਮ ਸਹਿਤ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਿਨਾਮ
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲਯ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦਾ, ਜੋ ਸ਼ਬਦ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਸਾਹਿਬ ਪਾਸੋਂ ਸਰਵਣ ਕੀਤਾ ਹੈ। ਇਹ ਮਲਾਰ ਕੀ ਵਾਰ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 1286 ਅੰਗ ਤੇ ਦਰਜ ਹੈ। ਵਾਰ ਜਿਸ ਦਾ ਮੂਲ ਸਰੂਪ ਪੌੜੀ ਹੈ ਅਤੇ ਉਸ ਦੇ ਨਾਲ ਦਰਜ ਦੋਨੋਂ ਹੀ ਸ਼ਲੋਕ ਜਿਹੜੇ ਨੇ ਉਹਨਾਂ ਦੇ ਉਚਾਰਨ ਕਰਤਾ ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਨ। ਸੱਚੇ ਪਾਤਸ਼ਾਹ ਨੇ ਇਸ ਮਾਤ ਲੋਕ ਦੇ ਵਿੱਚ ਜਦੋਂ ਅਵਤਾਰ ਧਾਰਨ ਕੀਤਾ ਹੈ ਤਾਂ ਉਸ ਦਾ ਕਾਰਨ ਧਰਤੀ ਦੇ ਜੀਵਾਂ ਦੀ ਪੁਕਾਰ ਸੀ। ਪਰਮੇਸ਼ਰ ਨੇ ਜੀਵਾਂ ਦੀ ਪੁਕਾਰ ਨੂੰ ਸੁਣਿਆ, ਆਪਣਾ ਸਰਗੁਣ ਰੂਪ ਬਣਾ ਕੇ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਨੂੰ ਇਸ ਮਾਤ ਲੋਕ ਵਿੱਚ ਭੇਜਿਆ ਅਤੇ ਸਤਿਗੁਰੂ ਜੀ ਨੇ ਜਦੋਂ ਧਿਆਨ ਲਗਾ ਕੇ ਦੇਖਿਆ ਕਿ ਇੰਨੀ ਸੁੰਦਰ ਪ੍ਰਕਿਰਤੀ ਦੇ ਵਿੱਚ ਜੀਵਾਂ ਦੀ ਪੁਕਾਰ ਦਾ ਮੂਲ ਕਾਰਨ ਕੀ ਹੈ, ਤਾਂ ਉਹਨਾਂ ਨੇ ਬੁੱਝ ਲਿਆ ਕਿ ਇਹਨਾਂ ਦੇ ਜੀਵਨ ਵਿੱਚ ਗੁਰੂ ਦੀ ਘਾਟ ਹੈ। ਕਿਉਂਕਿ ਗੁਰੂ ਦਾ ਅੱਖਰੀ ਅਰਥ ਵੀ ਜਿਹੜਾ ਹੈ
ਉਹ ਅੰਧੇਰੇ ਨੂੰ ਨਿਗਲ ਜਾਣ ਵਾਲਾ ਹੈ। ਇਹ ਜਿਹੜੇ ਕਮਰਸ਼ੀਅਲ ਲੋਕ ਸਨ, ਵਪਾਰੀ ਲੋਕ ਸਨ, ਧਰਮ ਨੂੰ ਧੰਦਾ ਬਣਾਉਣ ਵਾਲੇ ਲੋਕ ਸਨ, ਉਹਨਾਂ ਨੇ ਇਹ ਅਰਥ ਸਾਡੇ ਧਿਆਨ ਗੋਚਰੇ ਹੋਣ ਨਹੀਂ ਦਿੱਤੇ। ਇਹ ਅਰਥ ਸਾਨੂੰ ਸਮਝਣ ਨਹੀਂ ਦਿੱਤੇ। ਇਹ ਅਰਥ ਸਾਨੂੰ ਦ੍ਰਿੜ ਨਹੀਂ ਕਰਨ ਦਿੱਤੇ ਕਿ ਗੁਰੂ ਗਿਆਨ ਦਾ ਦਾਤਾ ਹੈ ਭਾਈ। ਜਦੋਂ ਕਿ ਸੱਚ ਇਹ ਹੈ ਕਿ ਗੁਰੂ ਦੇ ਪ੍ਰਤੀ ਅੱਜ ਵੀ ਜਦੋਂ ਗੁਰੂ ਦਰਬਾਰ ਦੀ ਮਰਿਆਦਾ ਸ਼ੁਰੂ ਹੁੰਦੀ ਹੈ ਤਾਂ ਬਚਨ ਹਨ ਕਿ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਅੰਧੇਰਾ ਹੈ ਭਾਈ। ਫਿਰ ਦੂਸਰਾ, ਜਿਹੜੀ ਚੀਜ਼ ਗੁਰੂ ਦੇ ਰਾਹੀਂ ਸਾਨੂੰ ਪ੍ਰਾਪਤ ਹੋਈ ਉਹ ਗੁਰਬਾਣੀ ਸੀ, ਔਰ ਉਸ ਗੁਰਬਾਣੀ ਨੂੰ ਵੀ ਗੁਰੂ ਦੀ ਪੱਧਤੀ ਪ੍ਰਾਪਤ ਸੀ। ਔਰ ਇਹ ਸਾਨੂੰ ਦ੍ਰਿੜ ਵੀ ਕਰਾਇਆ ਗਿਆ ਕਿ ਗੁਰਬਾਣੀ ਇਸ ਜਗ ਮੈਂ ਚਾਨਣ, ਪਰ ਉਹਦੇ ਅੱਗੇ ਇੱਕ ਬਚਨ ਹੋਰ ਆਖਿਆ, ਕਰਮ ਵਸੈ ਮਨ ਆਏ। ਗੁਰਬਾਣੀ ਵੀ ਇਸ ਦੁਨੀਆ ਦੇ ਵਿੱਚ ਇੱਕ ਲਾਈਟ ਹੈ, ਇੱਕ ਰੋਸ਼ਨੀ ਹੈ, ਪਰ ਇਹ ਬਿਨਾਂ ਬਖਸ਼ਿਸ਼ ਤੋਂ ਹਿਰਦੇ ਵਿੱਚ ਆ ਕੇ ਵਸ ਨਹੀਂ ਸਕਦੀ। ਕਿ ਦੁਨੀਆ ਪੜ੍ਹਦੀ ਨਹੀਂ। ਜੇ ਮੈਂ ਕਹਾਂ ਕਿ ਅੱਜ ਤੇ ਜੋਗੀ ਪੜ੍ਹਾਈਦਾ ਹੈ, ਸਾਰੀ ਦੁਨੀਆ ਹੀ ਪੜ੍ਹਨ ਲੱਗੀ ਹੋਈ ਹੈ। ਜਿਨ੍ਹਾਂ ਕਿਤਾਬਾਂ ਨਹੀਂ ਪੜ੍ਹੀਆਂ ਵਟਸਐਪ ਪੜ੍ਹੀ ਜਾਂਦੇ ਨੇ, ਫੇਸਬੁੱਕ ਪੜ੍ਹੀ ਜਾਂਦੇ ਨੇ। ਜੇ ਨਹੀਂ ਪੜ੍ਹਦੇ ਤਾਂ ਗੁਰਬਾਣੀ ਨਹੀਂ ਪੜ੍ਹਦੇ। ਹੋਰ ਬਹੁਤ ਕੁਝ ਪੜ੍ਹਨ ਵਾਸਤੇ ਅਸੀਂ ਸਾਰੀ ਰਾਤ ਜਾਗ ਲੈਂਦੇ ਹਾਂ, ਪਰ ਜਿਹੜੀ ਗੁਰਬਾਣੀ ਇਸ ਜਗਤ ਵਿੱਚ ਲਾਈਟ ਸੀ, ਰੋਸ਼ਨੀ ਸੀ, ਚਾਨਣ ਸੀ, ਪ੍ਰਕਾਸ਼ ਸੀ, ਉਹ ਗੁਰਬਾਣੀ ਸਾਡੇ ਤੋਂ ਪਟ ਨਹੀਂ ਹੋਈ। ਗੁਰੂ ਅੰਧੇਰੇ ਨੂੰ ਨਿਗਲ ਜਾਣ ਵਾਲਾ ਸੀ, ਖਾ ਜਾਣ ਵਾਲਾ ਸੀ, ਅੰਧੇਰੇ ਨੂੰ ਮਟਾਉਣ ਵਾਲਾ ਸੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗੁਰੂ ਦਾ ਬਖਸ਼ਿਆ ਹੋਇਆ ਗਿਆਨ ਰੂਪੀ ਇਹ ਜਿਹੜਾ ਸੁਰਮਾ ਸੀ, ਇਹਨੇ ਸਾਡੀ ਅਗਿਆਨਤਾ ਨੂੰ ਮਿਟਾ ਦੇਣਾ ਸੀ। ਫਿਰ ਗੁਰੂ ਪਾਤਸ਼ਾਹ ਜੀ ਨੇ ਰਹਿੰਦੀ ਦੁਨੀਆ ਤੱਕ ਜੋ ਸੰਸਾਰ ਦੀ ਰਹਿਬਰੀ ਕਰਨ ਵਾਸਤੇ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ੇ ਹਨ। ਅਸੀਂ ਗੁਰੂ ਪਾਤਸ਼ਾਹ ਮਹਾਰਾਜ ਨੂੰ ਵੀ ਇੱਕ ਅਚੇਤ ਇਹ ਯਤਨ ਕੀਤਾ ਹੈ ਕਿ ਇੱਕ ਮੂਰਤੀ ਦੇ ਰੂਪ ਵਿੱਚ ਸਥਾਪਿਤ ਕਰ ਲਿਆ ਜਾਏ ਕਿ ਸਿਰਫ ਕੇਵਲ ਇਹ ਪੂਜਣ ਵਾਸਤੇ ਹੈ। ਗੁਰੂ ਸਾਹਿਬ ਦਾ ਅਦਬ, ਸਨਮਾਨ, ਸਤਿਕਾਰ ਜਿੰਨਾ ਵੀ ਕਰਾਂਗੇ ਓਨਾ ਹੀ ਥੋੜਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਕੀ ਹੈ? ਇਹ ਕੋਈ ਧਰਮ ਦੀ ਆਖਰੀ ਕਿਰਿਆ ਪ੍ਰਕਿਰਿਆ ਇਹ ਨਹੀਂ ਹੈ ਭਾਈ। ਤੁਸੀਂ ਕਿਸੇ ਨੂੰ ਵੀ ਆਪਣੇ ਘਰ ਵਿੱਚ ਅਦਬ, ਸਨਮਾਨ, ਸਤਿਕਾਰ ਭੇਟਾ ਕਰਨਾ ਹੋਵੇ ਤੇ ਕੀ ਤਰੀਕਾ ਹੈ? ਇਹੀ ਕਵਾਂਗੇ ਨਾ, ਬਾਪੂ ਜੀ ਮੱਥਾ ਟੇਕਦਾ, ਪਿਤਾ ਜੀ ਪੈਰੀ ਪਾਉਣਾ ਕਰਨਾ, ਪਿਤਾ ਜੀ ਤੁਹਾਡੇ ਚਰਨਾਂ ਵਿੱਚ ਨਮਸਕਾਰ ਹੈ। ਔਰ ਇਹ ਸਾਨੂੰ ਦੱਸਿਆ ਗਿਆ ਕਿ ਕਰ ਡੰਡੌਤ ਪੁੰਨ ਵੱਡਾ ਹੈ। ਜਿਹੜੇ ਭਲੇ ਦੇ ਕਰਮ ਨੇ ਉਹਨਾਂ ਵਿੱਚੋਂ ਵੱਡਾ ਕਰਮ ਹੈ। ਪਰ ਕੇਵਲ ਮੱਥਾ ਟੇਕਣਾ ਹੀ ਧਰਮ ਨਹੀਂ ਹੈ, ਸਿੱਖੀ ਨਹੀਂ ਹੈ, ਇਹ ਸਭ ਕੁਝ ਨਹੀਂ ਹੈ।
सतगुरु ने सानू सुचेत भी किया है कि सलाम जवाब दोवें करे मुढ़ो कुथा जाए, नानक दोवें कूड़ियां थाए ना काई पाए। मथा भी टेकना, गल भी ना मननी, ये तो दोवें लोक गवाउण वाली गल है। तो सच्चे पातशाह ने मात लोक दे विच आके इस कारण नूं बुझिया। फिर उन्होंने 10 जामे धारण किए ने। उन्हां 10 रूपां दे विच ये गल सानू दृढ़ कराई गई है कि गुरु नानक अंगद कर जाना, अंगद अमरदास पहचाना, अमरदास रामदास कहाए। 10 गुरुआं दा इको ही रूप सी। और ये वास्ते धन श्री गुरु ग्रंथ साहब जी के अंदर जिहड़ी 6 गुरुआं की बाणी है, इस तो वड्डा होर कोई प्रमाण नहीं चाहिए सानू कि गुरु नानक साहब तो बगैर 5 जिहड़ी गुरु साहबानां की बाणी है, उन्होंने बाणी का उचारण करता शब्द नानक ही वरत्या, नानक पद ही दर्ज किया है। उत्थे उन्होंने अपना नाम गुरु अंगद साहब या गुरु अमरदास साहब या गुरु रामदास साहब या गुरु अर्जन साहब महाराज या गुरु तेग बहादुर साहब दर्ज नहीं किया। इथों समझ आती है कि ये घर गुरु नानक दा सी, ये दर गुरु नानक दा सी, ये सारी बाणी गुरु नानक दी है। क्योंकि गुरु नानक साहब महाराज ही रब दे घर तो जोत जुगत लैके इस धरती ते आए सन। फिर उन्होंने सानू समझाया जिहड़ी गल भाई गुरदास जी ने लिखी है कि भाई रोग बुझ लेना ये बहुत वड्डी गल है, पर ओदी दारू भी लोड़ लैनी ये उस तो भी वड्डी गल है। तो सतगुरु गुरु नानक दे पिता महाराज रोज साडा मार्ग दर्शन करते ने। ये बड़ी बख्शिश हुई साडे ते कि सानू घर घर विच, हर कलोनी महल्ले विच, हर शहर विच, हर मुल्क विच गुरुद्वारा साहब प्राप्त होए। गुरु साहब की बख्शी हुई सिक्खी नूं कमाउण वालियां ने गुरु साहब की बख्शी हुई आस्था दे नाल उहदियां बख्शियां दातां दे नाल सतगुरां दे इह सुंदर अस्थान जिहड़े ने वो बनाए ने। और हर थां ते धन श्री गुरु ग्रंथ साहब जी का रोज प्रकाश किया जाता है। उत्थे जिहड़ी मर्यादा भी बन्नी गई है वो इहो ही है कि पाठ हुंदा है, कीर्तन हुंदा है, कथा हुंदी है, अरदास हुंदी है, फिर सतगुरु जी तो श्री मुख वाक प्राप्त किया जाता है। फिर सतगुरु साडा मार्ग दर्शन करते ने। गुरु पिता महाराज ने अज जिहड़ा सानू मार्ग दर्शन बख्शे है, क्योंकि 2 श्लोक ने 1 पौड़ी है। तो सतगुरु जी उपदेश करते ने अगम अगोचर तू धनी सच्चा अलख अपार। हे परमात्मा तू अगम है, तू साडी पहुंच तो परे है, अगोचर है, साडे ज्ञान इंद्रियां दी भी तेरे तक पहुंच नहीं है। तू सच्चा है, तू धनी साडा मालक है, तू अलख है, तेनू जानिया नहीं जा सकता, तू अपार है, तेरा पारावार कोई किसी नू प्राप्त नहीं हो सकता। तू दाता सब मंगते इको देवनहार। दाता तू है, मंगण वाली सारी लुकाई है,
सृष्टि है। दाता देण वाला तू इकल्ला है। जिनी सेविया तिनी सुख पाया, गुरमति विचार। जिन्हां ने तेरी आराधना कीती है उन्हां नूं जीवन विच सुख दी प्राप्ति होई है। क्योंकि वेखण सुनन नाल नहीं, प्राप्ति मनन नाल हुंदी है। जिन्हां ने तैनूं सेविया सिमरिया, जिन्हां ने अपने जीवन विच तैनूं मन्निया, उन्हां ने जीवन दे विच आत्मक आनंद प्राप्त कीता है। गुरमति विचार, गुरु दी मत दे राही, गुरु दे बख्शे ज्ञान विचार दे राही। इक ना नो तुद एवें भावदा, माया नाल प्यार। ये भी तेरी अपनी खेड है कि तुद आप विछोड़िया आप मिलाया। एक वो भी ने जिन्हां नूं तू भगती नाल लाया, एक वो भी ने जिन्हां नूं दुनिया की मोह ममता विच पा दिता। वो दिन रात ही तुरे फिरदे ने। ये गल गुरु इतिहास पढ़ांगे फिर पता लगेगी। खुद सतगुरु जी इस गल नूं प्रवान करते हैं कि साडे दर ते भाई दो तरह की संगत आउंदी है। एक नेकामी है, एक सहकामी है। एक वो ने जिन्हां दी कोई इच्छा नहीं है, कोई दुनियावी धन दौलत पदार्थ की कामना नहीं है। एक वो ने जिहड़े सिर्फ आउंदी पदार्थां नूं मंगण वास्ते ने। वो केवल दुनिया दीयां दातां ही साडे तो लोड़दे ने। इसे करके जिन्हां नूं समझ आ गई उन्हां ने बेनती भी की कि विण तुद होर जे मंगना, सिर दुखां कै दुख दे नाम संतोखियां, उतरै मन की भुख। हुण अज दी तरीक विच ये गल सानू सारियां नूं समझ आ गई है। मैं नहीं सुनिया किसी कोलों कि कोई कवे महाराज नूं बेनती करो साडे कारोबार, साडा वणज वपार, सतगुरु की रख्या करन। नहीं, अज सब लोग इको ही गल कहते हैं कि महाराज सानू जीवन का दान दिओ। सिर्फ अपनी हजाती मंगते ने जीव। अज पूरे संसार विच किसी नूं किसी तो कोई खतरा नहीं है। अज किसी का किसी नाल कोई वैर विरोध नहीं है। नहीं तो आप रोज सुनते सी कि इस पास्यों इस मुल्क की फौज ने अगे वध के अज उथे आ अटैक किया, आ कुछ किया। इन्हां दिनां विच तुसीं कोई भी अतवादी घटना भी नहीं सुनी होएगी। वो जीव जेड़े असी किन्ने किन्ने वड्डे वैर विरोध अखाड़े बन के बैठे हुए सी। एक दूजे मुल्क की इकोनमी नूं हड़पण वास्ते असी वड्डे वड्डे सराल रूप धारण किए हुए सी। अज सानू सारियां नूं सिर्फ अपनी होंद दी भी चिंता है। मैं कल पढ़ रहा सी कि वो आदमी कह रहा है कि बंदिया तेरे रहन वास्ते सिर्फ 3 थावां ने। जां ते तू अपने घर विच रह सकदा है, जे नहीं फिर दूसरी थां तू हॉस्पिटल विच रह सकदा है। भी जे नहीं घर रहना तो फिर तेन हॉस्पिटल जमा करना पेगा। तो जां फिर तू फोटो विच रह सकदा है। भी वो समा दूर नहीं जदों तेरी फोटो फ्रेम हो जाएगी। चौथी थां बची कोई नहीं है। भी जां घर रह लो जां हॉस्पिटल विच रह लो। एक ने तो यह भी लिखिया कि 14 दिन हॉस्पिटल विच रहन नालों जे 14 घंटे परिवार विच रह लो तो ज़्यादा चंगा है। अज सारियां ईरखां मुक गई, सारे वैर विरोध मुक गए। एक सज्जन राती मैनू फोन करके कह रहा सी, ज्ञानी जी जे तुसी कोई हैल्प करते होवो
ਤੇ ਅਸੀਂ ਅੱਗੇ ਉਹਨੂੰ ਡਿਸਟ੍ਰੀਬਿਊਟ ਕਰ ਦਈਏ। ਅੱਜ ਅਸੀਂ ਨਹੀਂ ਪੁੱਛ ਰਹੇ ਕਿ ਕਿਹੜਾ ਘਰ ਕਿਸ ਧਰਮ ਦੇ ਆਦਮੀ ਦਾ ਹੈ, ਕਿਹੜਾ ਘਰ ਕਿਸ ਜਾਤੀ ਦੇ ਆਦਮੀ ਦਾ ਹੈ। ਔਰ ਜੇ ਕਦੇ ਹਮੇਸ਼ਾ ਵਾਸਤੇ ਅਸੀਂ ਇਸ ਤਰ੍ਹਾਂ ਦੇ ਹੋ ਜਾਈਏ, ਇੱਕ ਦੂਸਰੇ ਦੀ ਸੁੱਖ ਮੰਗਣ ਵਾਲੇ, ਇੱਕ ਦੂਜੇ ਦੀ ਜ਼ਿੰਦਗੀ ਦੀ ਭੀਖ ਮੰਗਣ ਵਾਲੇ, ਇੱਕ ਦੂਜੇ ਨਾਲ ਪਿਆਰ ਕਰਨ ਵਾਲੇ, ਅੱਜ ਵੀ ਤਾਂ ਹੋਏ ਆ ਨਾ। ਸਭ ਕੁਝ ਗਵਾ ਕੇ ਹੋਏ ਆ। ਅੱਜ ਸਭ ਕੁਝ ਅਸੀਂ ਲੁਟਾ ਚੁੱਕੇ ਹਾਂ। ਪਤਾ ਨਹੀਂ ਕਿਸੇ ਨੂੰ ਕੋ ਮੈਂ ਜਾ ਕੇ ਮੁੜ ਕੇ ਦੁਕਾਨ ਖੋਲਣੀ ਕਿ ਨਹੀਂ ਖੋਲਣੀ, ਮੈਂ ਜਾ ਕੇ ਆਪਣੀ ਨੌਕਰੀ ਦੀ ਕੁਰਸੀ ਤੇ ਬਹਿਣਾ ਹੈ ਕਿ ਨਹੀਂ ਬਹਿਣਾ। ਨਹੀਂ ਉਹਨੂੰ ਪਤਾ ਕਿ ਮੈਂ ਆਪਣੀ ਫੈਕਟਰੀ ਦਾ ਦਰਵਾਜ਼ਾ ਖੋਲ ਸਕਾਂਗਾ ਕਿ ਨਹੀਂ ਖੋਲ ਸਕਾਂਗਾ, ਇਹ ਵੀ ਕੋਈ ਪਤਾ ਨਹੀਂ। ਇੱਕ ਸਵੇਰੇ ਸੱਜਣ ਕਹਿ ਰਿਹਾ ਸੀ ਵੀ 21 ਦਿਨ ਦਾ ਲਾਕਡਾਊਨ ਹੋ ਗਿਆ। ਮੈਂ ਕਿਹਾ ਕਿਹੜਾ ਆਖਰੀ ਅਨਾਉਂਸਮੈਂਟ ਹੈ, ਇਹ ਤਾਂ ਲੰਬੀ ਲੜਾਈ ਹੈ। 21 ਦਿਨ ਹੀ ਹੋਣ, ਵਾਹਿਗੁਰੂ ਕਿਰਪਾ ਕਰੇ 22 ਦਿਨ ਨਾ ਹੋਣ। ਤੋ ਧਰਮ ਜਿਹੜਾ ਇਹ ਸਾਨੂੰ ਉਪਦੇਸ਼ ਕਰਦਾ ਹੈ, ਪਰ ਅਸੀਂ ਧਰਮ ਨੂੰ ਵੀ ਵਪਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਗੁਰਦੁਆਰੇ ਜਾਓ ਜੀ, ਇੰਨਾ ਕੁਝ ਮਿਲੇਗਾ, ਇਹ ਪਾਠ ਕਰੋ ਜੀ, ਇੰਨਾ ਕੁਝ ਮਿਲੇਗਾ। ਮੈਂ ਹਮੇਸ਼ਾ ਬੇਨਤੀ ਕਰਦਾ ਸੀ, ਭਾਈ ਦੇਖੋ ਮੌਤ ਤੋਂ ਵੱਡੀ ਤਾਂ ਕੋਈ ਗੱਲ ਨਹੀਂ ਹੈਗੀ ਨਾ। ਜਦੋਂ ਕਿਸੇ ਦੇ ਪਰਿਵਾਰ ਵਿੱਚ ਏਡੀ ਵੱਡੀ ਘਟਨਾ ਵਾਪਰ ਗਈ, ਕਮਾਲ ਹੈ। ਹਰ ਬੰਦਾ ਹੀ ਜਾ ਕੇ ਕਹਿੰਦਾ ਜੀ ਬਾਣੀ ਪੜ੍ਹੋ, ਪੁੱਛੋ ਵੀ ਤੂੰ ਇਸ ਕੰਮ ਲਈ ਸਲਾਹ ਦੇਣ ਆਇਆ ਸਾਨੂੰ। ਹਰ ਬੰਦਾ ਹੀ ਕਹੀ ਜਾਂਦਾ ਜੀ ਬਸ ਵਾਹਿਗੁਰੂ ਅੱਗੇ ਅਰਦਾਸ ਕਰੋ ਜੀ। ਵੀ ਤੁਸੀਂ ਗੱਡੀਆਂ ਤੇ ਚੜ੍ਹ ਕੇ ਆਉਂਦੇ ਹੋ, ਵੱਡੇ ਵੱਡੇ ਆਫੀਸਰ ਹੋ, ਵੱਡੇ ਵੱਡੇ ਤਨਾੜ ਮੰਤਰੀ ਸੰਤਰੀ ਲੋਕ ਹੋ, ਕੁਝ ਉਪਾਅ ਕਰੋ ਬੰਦਾ ਵਾਪਸ ਆ ਜਾਏ। ਕਹਿੰਦੇ ਜੀ ਕੋਈ ਚਾਰਾ ਨਹੀਂ ਹੈ। ਅਸਲ ਵਿੱਚ ਸਤਿਗੁਰੂ ਨੇ ਸਾਨੂੰ ਬਾਣੀ ਦਿੱਤੀ ਹੁਕਮ ਤੇ ਰਜਾ ਵਿੱਚ ਰਹਿਣ ਵਾਸਤੇ ਸੀ। ਬਾਣਾ ਮੰਨਣ ਵਾਸਤੇ ਬਾਣੀ ਤੋਂ ਬਿਨਾਂ ਕੋਈ ਹੋਰ ਸਹਾਰਾ ਹੈ ਹੀ ਨਹੀਂ ਹੈ। ਉਸ ਮਾਲਕ ਦੇ ਕੀਤੇ ਵਿੱਚ, ਉਸ ਮਾਲਕ ਦੀ ਰਜਾ ਵਿੱਚ, ਉਸ ਮਾਲਕ ਦੇ ਹੁਕਮ ਵਿੱਚ, ਉਸ ਮਾਲਕ ਦੇ ਭਾਣੇ ਵਿੱਚ ਅਸੀਂ ਕਿਵੇਂ ਰਹਿ ਸਕੀਏ, ਇਹ ਸ਼ਕਤੀ ਸਿਰਫ ਗੁਰਬਾਣੀ ਤੋਂ ਪ੍ਰਾਪਤ ਹੋ ਸਕਦੀ, ਸਿਮਰਨ ਤੋਂ ਪ੍ਰਾਪਤ ਹੋ ਸਕਦੀ। ਇਕ ਨਾ ਨੋ ਤੁਧ ਐਵੇਂ ਭਾਵਦਾ ਮਾਇਆ ਨਾਲ ਪਿਆਰ। ਪਰਮਾਤਮਾ ਕੁਝ ਜੀਵ ਤੋਂ ਵਿਛੋੜ ਵੀ ਦਿੱਤੇ ਨੇ, ਉਹਨਾਂ ਦੀ ਦਿਨ ਰਾਤ ਸੁਰਤ ਮਾਇਆ ਦੇ ਨਾਲ ਹੀ ਜੁੜੀ ਹੋਈ ਹੈ। ਉਹ ਤੇ ਪੁੱਛਦੀ ਇਹ ਨੇ ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਣਾ ਚਾਹੀਦਾ, ਕਿਹੜਾ ਪਾਠ ਕਿੰਨੇ ਦਿਨ ਕਰਨਾ ਚਾਹੀਦਾ। ਸਿੱਖ ਦੀ ਡੈਫੀਨੇਸ਼ਨ ਇਹ ਨਹੀਂ ਸੀ, ਪਰਿਭਾਸ਼ਾ ਇਹ ਨਹੀਂ ਸੀ। ਉਹ ਵਿਚਾਰਾ ਮਦਨੀ ਬੋਲਿਆ ਪਾਕਿਸਤਾਨ ਵਾਲਾ, ਉਹਨੂੰ ਫੜ ਕੇ ਕੁੱਟ ਸੁੱਟਿਆ ਲੋਕਾਂ ਨੇ। ਵੀ ਤੁਸੀਂ ਇੰਨੇ ਇੰਨੇ ਉਪਾਅ ਕਰਨ ਵਾਲੇ, ਲੋਕਾਂ ਨੂੰ ਮੁੰਡੇ ਦੇਣ ਵਾਲੇ, ਲੋਕਾਂ ਦੇ ਰੋਗ ਨਿਵਾਰਨ ਵਾਲੇ, ਲੋਕਾਂ ਨੂੰ ਫੂਕਾਂ ਮਾਰ ਮਾਰ ਕੇ ਠੀਕ ਕਰਨ ਵਾਲੇ, ਵੀ ਹੁਣ ਕਰੋ ਕੀ? ਹੁਣ ਤੁਹਾਡੀ ਸ਼ਕਤੀ ਨੂੰ ਕੀ ਹੋ ਗਿਆ? ਕਰੋਨਾ ਖਾ ਗਿਆ। ਹੁਣ ਸਮਝ ਆਉਂਦੀ ਹੈ ਵੀ ਸਭ ਝੂਠੇ ਸਨ, ਪਖੰਡੀ ਸਨ, ਕਰਮਕਾਂਡੀ ਸਨ। ਹੁਣ ਸਮਝ ਆਉਂਦੀ ਹੈ ਕਿ ਲੋਕ ਆਪ ਭੈ ਭੀਤ ਨੇ, ਡਰੇ ਹੋਏ ਨੇ। ਅੱਜ ਮੈਨੂੰ ਇੰਝ ਲੱਗਦਾ ਕਿ ਸਾਡੇ ਧਰਮੀ ਲੋਕਾਂ ਨਾਲੋਂ ਤਾਂ ਪੁਲਿਸ ਵਾਲੇ ਵੀ ਚੰਗੇ ਨੇ, ਡਾਕਟਰ ਵੀ ਚੰਗੇ ਨੇ, ਜਿਹੜੇ ਆਪਣੀ ਔਰ ਆਪਣੇ ਪਰਿਵਾਰ ਦੀ ਪਰਵਾਹ ਕੀਤੇ ਬਿਨਾਂ ਉਹ ਸਾਡੀ ਹਿਫਾਜ਼ਤ ਵਾਸਤੇ ਉਹ ਘਰ ਤੋਂ ਬਾਹਰ ਨਿਕਲੇ ਹੋਏ ਨੇ। ਅਸੀਂ ਨਿਕਲਦੇ ਹਾਂ, ਤਾਸ਼ ਖੇਡਣ ਵਾਸਤੇ ਨਿਕਲਦੇ ਹਾਂ, ਅਸੀਂ ਨਿਕਲਦੇ ਹਾਂ ਐਵੇਂ ਇੱਕ ਦੂਜੇ ਨੂੰ ਝੂਠੀਆਂ ਇੱਕ ਧਰਵਾਸਾਂ ਦੇਣ ਵਾਸਤੇ ਨਿਕਲਦੇ ਹਾਂ। ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ ਵੀ ਜਿਹੜੇ ਕਹਿੰਦੇ ਨੇ ਜੀ ਕਰੋਨੇ ਦੀ ਕੋਈ ਪਰਵਾਹ ਨਾ ਕਰੋ, ਕਹਿੰਦਾ ਇਹਨੂੰ ਹਸਪੀਟਲ ਘੱਲੋ, ਇਹਨੂੰ ਪੁੱਛੋ ਵੀ ਹੁੰਦੀ ਪਰਵਾਹ ਕਿ ਨਹੀਂ ਹੁੰਦੀ। ਮੇਰੇ ਸਤਿਗੁਰੂ ਪਿਤਾ ਮਹਾਰਾਜ ਨੇ ਪਹਿਲੀ ਗੱਲ ਸਾਨੂੰ ਪਹਿਲੇ ਦਿਨ ਇੱਕ ਗੱਲ ਸਮਝਾਈ ਸੀ ਕਿ ਪਹਿਲਾ ਮਰਨ ਕਬੂਲ।
देखो ये ठीक है, मौत का खौफ अपने विचों कढ़ दिओ। मौत तो आएगी, इंज नहीं आएगी बाथरूम च डेके भी आ जाती मौत, कोई जरूरी थोड़ा भी बीमारी नाल ही आती है। इस मौत के खौफ करके नहीं, उस रब के सच करके, प्रकृति के सच करके जे आपां धर्म के अज रस्ते ते तुरीए, असी अपनी भी हिफाजत कर सकते हैं। असी लखां करोड़ां जानां बचा सकते हैं, लखां करोड़ां जीवां दा भला हो सकता है। मैं वो भी लोग वेखे जिन्हां ने टलियां वजा दित्तियां, मैं वो भी लोग वेखे कल जिन्हां ने अपने घर दियां बाहर लॉबियां दे विच बैठ के गलियां दियां गलियां सुखमनी साहब का पाठ हो रहा है। हुण टलियां वजा के तो पता नहीं कुछ होया नहीं होया, पर ये विश्वास किया जा सकता भी सुखमनी पढ़न नाल ते हो सकता है। क्योंकि उस प्रभु परमात्मा के नाम तो बिना कोई दारू नहीं है। दुख भंजन तेरा नाम जी, ये सर्व रोग का औखद नाम। बीमारी कोई भी होवे ओदी एकमात्र दवाई ते है ना भाई, कि जे असी उस प्रभु परमात्मा नू याद करिए कि परमात्मा तैनू की पाउंदा है, कि तू जीवां नू माया दे प्यार विच भी पाया होया, गुर कै शब्द सलाहीए अंतर प्रेम प्यार। गुरु दे शब्द दे राही असी उस प्रभु परमात्मा की आराधना करिए, अपने अंदर उस प्रभु परमात्मा का प्रेम प्यार पैदा करिए। विण प्रीति भगत ना होवई, विण सतगुर ना लगे प्यार। प्यार तो बिना भगती नहीं हो सकती। जदों तुसी किसी दे प्यार विच गुण गाओगे, उहदी सेंस ही कुछ होर है, उहदा अर्थ ही कुछ होर है। कई बारी असी किसी दे गुण गाउने आ, पर उस गुण गाउण दे पिछे भी कोई एक नफरत हुंदी है, उहदे पिछे एक टांच करन दा, किसी नूं किसी दा मजाक उडाउण दा साडा एक गलत भाव होंदा है। जे किसी की सिफत सलाह करनी तो प्रेम तो बिना नहीं हो सकती, प्यार तो बिना नहीं हो सकती। और धर्म नूं जिहड़ी गल सतगुरु ने सानू समझाई वो है ही ये सी कि तां प्रेम की खेड सी भाई। पहले गुरु ने इको गल समझाई सी कि जो तो प्रेम खेलन का चाओ, तो 10वें गुरु जी ने उहदा परचा भी यही पाया सी। 10वें जामे विच गुरु नानक दे पिता ने हाथ में शमशीर लैके पुछया सी कि भाई तुहाडे चों कोई है जिहड़ा प्रेम करदा होवे, प्यार करदा होवे? जे है तो अज सानू एक सिर की लोड़ है। फिर वो अपना सीस भेटा करे। एक नहीं 5 उठे सन, वारी वारी उन्होंने आके गुरु नूं सीस भेटा कीता सी। ते गुरु ने उन्होंने संज्ञा की दिती, आख्या मेरे प्यारे ने, ये मेरे प्यार वाले ने। क्योंकि प्यार का प्रमाण ही उन्होंने दिता है, उदाहरण ही उन्होंने दी है। और उन्होंने सतगुरु ने अपने घर में प्रमुखता दी है। अज 4 साहिबजादियां तो भी पहला 5 प्यारियां का नाम पढ़िया जाता है। गुरु के लाल उन्हों कोई दर्जा घट नहीं है, पर गुरु ने अपने पुत्रां नालों भी अपने गुरसिखां नूं बहुता प्यार दिता है, वड्डा दर्जा बख्शे। सतगुरु तो बिना ये प्यार प्राप्त नहीं हो सकता। क्योंकि गुरु जी ने सानू जिहड़ी धर्म की भेद वाली गल समझाई वो इहो ही सी कि साच कहूँ सुन लेहो सब है, जिन प्रेम कियो तिन ही प्रभ आयो। तू प्रभ सब तुद सेवंदे, एक ढाडी करे पुकार। तू दाता है, तू मालक है, सारी दुनिया तैनू ही सिमरदी है, तेरी ही आराधना करदी है।
ਇੱਕ ਢਾਡੀ ਕਰੇ ਪੁਕਾਰ, ਮੈਂ ਤੇਰੇ ਦਰ ਦਾ ਇੱਕ ਅਦਨਾ ਜਿਹਾ ਸੇਵਕ, ਮੈਂ ਤੇਰੇ ਦਰ ਤੇ ਇੱਕ ਪੁਕਾਰ ਕਰਦਾ। ਦੇਹ ਦਾਨ ਸੰਤੋਖੀਆ, ਸੱਚਾ ਨਾਮ ਮਿਲੈ ਆਧਾਰ। ਮੈਨੂੰ ਆਪਣੀ ਸਿਫਤ ਸਲਾਹ ਦੇ, ਮੈਨੂੰ ਆਪਣੇ ਨਾਮ ਦਾ ਆਸਰਾ ਦੇ, ਮੈਂ ਸੰਤੋਖੀ ਹੋ ਜਾਵਾਂ, ਮੇਰੀ ਤ੍ਰਿਸ਼ਨਾ ਮੁੱਕ ਜਾਏ। ਜਿੰਨਾ ਜਿਹੜਾ ਡਰਾਉਣਾ ਰੂਪ ਅੱਜ ਸੰਸਾਰ ਨੇ ਧਾਰਨ ਕੀਤਾ ਸੀ, ਉਹ ਇਸੇ ਗੱਲ ਵਿੱਚ ਸੀ ਨਾ ਕਿ ਕੋਈ ਮੁਲਕ ਤ੍ਰਿਪਤ ਨਹੀਂ ਹੋ ਰਿਹਾ, ਕਿਸੇ ਮੁਲਕ ਨੂੰ ਆਪਣੀ ਜ਼ਮੀਨ ਤੇ ਸੰਤੋਖ ਨਹੀਂ, ਉਹ ਕਹਿੰਦਾ ਮੈਂ ਦੂਜੇ ਮੁਲਕ ਦੀ ਵੀ ਹੜੱਪ ਲਵਾਂ। ਕਿਸੇ ਨੂੰ ਆਪਣੇ ਕਾਰੋਬਾਰ ਤੇ ਨਹੀਂ, ਉਹ ਕਹਿੰਦਾ ਮੈਂ ਦੂਜਿਆਂ ਦਾ ਵੀ ਖੋਹ ਲਵਾਂ। ਕਿਸੇ ਨੂੰ ਆਪਣੀ ਧਨ ਦੌਲਤ ਤੇ ਸੰਤੋਖ ਨਹੀਂ ਹੈ, ਉਹ ਕਹਿੰਦਾ ਦੂਜਿਆਂ ਦੇ ਖਜ਼ਾਨੇ ਵੀ ਮੈਂ ਲੈ ਆਵਾਂ। ਕਿਸੇ ਨੂੰ ਆਪਣੀ ਮਾਣ ਇੱਜ਼ਤ ਸ਼ੋਹਰਤ ਦੇ ਵਿੱਚ ਨਹੀਂ, ਉਹ ਕਹਿੰਦਾ ਸਾਰਿਆਂ ਦੀ ਮੈਨੂੰ ਹੀ ਮਿਲ ਜਾਣੀ ਚਾਹੀਦੀ ਹੈ। ਇਹ ਇੱਕ ਦੂਜੇ ਨੂੰ ਹੜੱਪਣ ਦਾ ਜਿਹੜਾ ਇਹ ਹਲਕ ਸੀਗਾ, ਇਹਨੇ ਸਾਨੂੰ ਲਿਆ ਕੇ ਇੱਥੇ ਖੜਾ ਕਰ ਦਿੱਤਾ ਕਿ ਆਤਿਸ਼ ਦੁਨੀਆ, ਇਹ ਦੁਨੀਆ ਆਪਣੇ ਆਪ ਦੇ ਵਿੱਚ ਇੱਕ ਬਰੂਦ ਬਣ ਗਈ, ਪਤਾ ਨਹੀਂ ਇਹਨੇ ਕਦੋਂ ਫਟ ਜਾਣਾ। ਸੱਚੇ ਪਾਤਸ਼ਾਹ ਅੱਜ ਉਪਦੇਸ਼ ਕਰਕੇ ਸਮਝਾਉਂਦੇ ਨੇ ਕਿ ਭਾਈ ਤੂੰ ਅਰਦਾਸ ਕਰ ਕਿ ਵਾਹਿਗੁਰੂ ਜੀ ਮੈਨੂੰ ਆਪਣੇ ਨਾਮ ਦਾ ਆਧਾਰ ਦਿਓ, ਮੈਨੂੰ ਸੰਤੋਖ ਆ ਜਾਏ। ਅੱਜ ਕਿਸੇ ਨੂੰ ਪੁੱਛ ਕੇ ਵੇਖ ਲਓ, ਕੋਈ ਨਹੀਂ ਕਹਿੰਦਾ ਕਿ ਮੈਨੂੰ ਇਹ ਚਾਹੀਦਾ, ਮੈਨੂੰ ਉਹ ਚਾਹੀਦਾ। ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਬੜਾ ਸਰਬੱਗ ਪਰਿਵਾਰ ਹੈ। ਕਹਿਣ ਲੱਗੇ ਗਿਆਨੀ ਜੀ ਪਾਠ ਰੱਖੋ, ਕਰੋ, ਅਰਦਾਸ ਕਰੋ। ਮੈਂ ਕਿਹਾ ਜੀ ਕੀ ਅਰਦਾਸ ਕਰਨੀ ਹੈ? ਇੱਥੇ ਆਦਮੀ ਕਹਿੰਦਾ ਹੀ ਹੈ ਵੀ ਪਰਿਵਾਰ ਦੀ, ਕਾਰੋਬਾਰ ਦੀ। ਕਹਿਣ ਲੱਗੇ ਨਹੀਂ, ਸਰਬੱਤ ਦੇ ਭਲੇ ਦੀ, ਕਿਉਂਕਿ ਹੁਣ ਤਾਂ ਦੁਨੀਆ ਬਚੇਗੀ ਤਾਂ ਆਪਾਂ ਬਚਾਂਗੇ, ਜੇ ਸੰਸਾਰ ਹੀ ਨਹੀਂ ਬਚੇਗਾ ਤੇ ਆਪਾਂ ਬਿਲਕੁਲ ਨਹੀਂ ਬਚ ਸਕਦੇ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੇ ਸ਼ਲੋਕ ਵਿੱਚ ਸਮਝਾਉਂਦੇ ਨੇ, ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲਾਜ। ਹੁਣ ਇੰਨੇ ਕੌੜੇ ਅਰਥ ਨੇ ਇਹਦੇ। ਇੱਕ ਵਿਅਕਤੀ ਜਿਹੜਾ ਆਪਣੇ ਆਪ ਨੂੰ ਮੁਰਸ਼ਿਦ ਕਹਿੰਦਾ ਸੀ, ਕੋਈ ਪੀਰ ਫਕੀਰ ਕਹਿੰਦਾ ਸੀ, ਕੋਈ ਗੁਰੂ ਔਲੀਆ ਕਹਿੰਦਾ ਸੀ, ਉਹਨੇ ਕੀ ਕੀਤਾ ਕਿ ਇਹ ਕਹਿਣ ਵਾਸਤੇ ਕਿ ਮੈਂ ਕਿੱਡਾ ਵੱਡਾ ਆ, ਉਹਨੇ ਅੱਗੋਂ ਆਖਿਆ ਵੀ ਹੁਣ ਮੇਰੀ ਗੱਦੀ ਤੇ ਇਹ ਬਵੇਗਾ। ਉਹਨੇ ਆਪਣੀ ਗੱਦੀ ਚਲਾਉਣ ਵਾਸਤੇ, ਆਪਣੀ ਗੱਦੀ ਸਥਾਪਿਤ ਕਰਨ ਵਾਸਤੇ, ਜਿਵੇਂ ਸਾਡੇ ਗ੍ਰਸਤੀ ਹੈ ਨਾ, ਜੇ ਹੁਣ ਸਾਡੇ ਘਰ ਅੱਗੋਂ ਸੰਤਾਨ ਨਾ ਹੋਵੇ ਤੇ ਵੰਸ਼ ਰੁਕ ਜਾਂਦੀ ਹੈ। ਹੁਣ ਉਹਦੇ ਕੋਲੇ ਆਪਣੀ ਵੰਸ਼ ਤੇ ਹੈ ਨਹੀਂ ਸੀ, ਉਹਨੇ ਕਿਹੜਾ ਸ਼ਾਦੀ ਕੀਤੀ ਹੈ। ਹੁਣ ਉਹਨੇ ਤੇ ਸਾਰੀ ਜ਼ਿੰਦਗੀ ਲਪਾ ਕੇ ਇੱਕ ਚੀਜ਼ ਬਣਾਈ, ਉਹ ਸੀ ਇੱਕ ਗੱਦੀ। ਹੁਣ ਉਹਨੇ ਕਿਹਾ ਵੀ ਇਹ ਗੱਦੀ ਜਿਹੜੀ ਇਹ ਕਾਇਮ ਰਹਿਣੀ ਚਾਹੀਦੀ ਹੈ, ਔਰ ਹੋ ਵੀ ਇਹੀ ਕੁਛ ਰਿਹਾ ਕਿ ਜਿਹੜਾ ਉਸ ਤੋਂ ਮਗਰੋਂ ਆਉਂਦਾ ਹੈ ਉਹਨੂੰ ਇਸ ਗੱਲ ਦੀ ਬੜੀ ਚੰਗੀ ਤਰ੍ਹਾਂ ਸਮਝ ਹੈ ਕਿ ਜੇ ਮੈਂ ਵੱਡੇ ਦੇ ਪ੍ਰਤੀ ਲੋਕਾਂ ਨੂੰ ਕਮਲਾ ਬਣਾ ਲਿਆ ਤੇ ਮੇਰੇ ਪ੍ਰਤੀ ਲੋਕ ਕਮਲੇ ਬਣੇ ਹੀ ਰਹਿਣਗੇ, ਇਹ ਨਹੀਂ ਬਾਹਰ ਨਿਕਲਦੇ। ਫਿਰ ਉਹ ਹਰ ਗੱਲ ਐਵੇਂ ਹੀ ਕਰੇਗਾ, ਵੱਡੇ ਮਹਾਰਾਜ ਜੀ ਨੇ ਇੱਦਾਂ ਕੀਤਾ ਜੀ, ਵੱਡੇ ਗੁਰੂ ਜੀ ਨੇ ਇੱਦਾਂ ਕੀਤਾ ਜੀ, ਵੱਡੇ ਹਜੂਰ ਮਹਾਰਾਜ ਨੇ ਇੱਦਾਂ ਕੀਤਾ ਜੀ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਲੋਕ ਕੀ ਕਰਦੇ ਨੇ ਕਿ ਆਪਣੀ ਗੱਦੀ ਨੂੰ ਸਲਾਮਤ ਰੱਖਣ ਵਾਸਤੇ, ਚਲਾਉਣ ਵਾਸਤੇ ਸੇਲੀ ਟੋਪੀ ਦਿੰਦੇ ਨੇ। ਇੱਕ ਮੁਰਸ਼ਦ ਆਪਣੇ ਚੇਲੇ ਨੂੰ ਦਿੰਦਾ, ਜਿਵੇਂ ਅੱਜ ਅਸੀਂ ਸ਼ਬਦ, ਮੈਂ ਅੱਜ ਜਦੋਂ ਪੜ੍ਹ ਰਿਹਾ ਸੀ ਤਾਂ ਸੋਚ ਰਿਹਾ ਸੀ ਵੀ ਸ਼ਬਦ ਸਾਨੂੰ ਨਹੀਂ ਬੋਲਣੇ ਚਾਹੀਦੇ ਕਿ ਅਮਕੇ ਮਹਾਂਪੁਰਖਾਂ ਤੋਂ ਵਰਸਾਏ ਹੋਏ ਨੇ। ਨਹੀਂ, ਕਿਸੇ ਦੀ ਭਗਤੀ ਕਿਸੇ ਨੂੰ ਟਰਾਂਸਫਰ ਨਹੀਂ ਹੋ ਸਕਦੀ, ਕਿਸੇ ਦੇ ਜੀਵਨ ਦੀ ਕਰਨੀ ਕਿਸੇ ਦੂਜੇ ਨੂੰ ਨਹੀਂ ਦਿੱਤੀ ਜਾ ਸਕਦੀ। ਤੇ ਜੇ ਦਿੱਤੀ ਜਾ ਸਕਦੀ ਹੈ ਤੇ ਫਿਰ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਜਿਹੜੇ ਨੇ, ਫਿਰ ਉਹਨਾਂ ਦੇ ਵਿੱਚ ਉਹ ਜਿਹੜਾ
ਅਸੀਂ ਸੋਚ ਲਵਾਂਗੇ ਉਹ ਕਦੇ ਵੀ ਢੁਕੇਗੀ ਨਹੀਂ। ਸਤਿਗੁਰੂ ਦਾ ਫੈਸਲਾ ਤੇ ਹੈ ਨਹੀਂ। ਉਹ ਤੇ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਫਿਰ ਕਰਮੀ ਆਪੋ ਆਪਣੀ ਕੀ ਨੇੜੇ ਕੇ ਦੂਰ। ਔਰ ਇੱਥੇ ਹੋਇਆ ਇਹ ਮਹਾਂਪੁਰਖ ਨੇ ਜੀ। ਪੁੱਛੋ ਵੀ ਕਿਵੇਂ ਮਹਾਂਪੁਰਖ ਨੇ? ਕਹਿੰਦੇ ਜੀ ਵੱਡੇ ਮਹਾਂਪੁਰਖਾਂ ਦੀ ਜੀਪ ਚਲਾਉਂਦੇ ਹੁੰਦੇ ਸੀ, ਵੀ ਗੱਡੀ 'ਚ ਤੇਲ ਪਾ ਕੇ ਉਹਨੂੰ ਸਮਝ ਆ ਗਈ। ਗੱਡੀ 'ਚ ਹਵਾ ਭਰ ਕੇ ਟਾਇਰਾਂ ਨੂੰ ਪੈਂਚਰ ਲਾ ਕੇ ਉਹਨੂੰ ਸਮਝ ਆ ਗਈ। ਦੇਖੋ, ਇੱਕ ਵਿਅਕਤੀ ਦੀ ਸਮਝ ਆਉਂਦੀ ਹੈ ਕਿ ਉਹਨੇ ਭਗਤੀ ਕੀਤੀ ਹੈ, ਉਹਨੇ ਆਰਾਧਨਾ ਕੀਤੀ ਹੈ, ਉਹਨੇ ਤਪ ਕੀਤੇ ਨੇ, ਉਹਨੇ ਨੇਮ ਕੀਤੇ ਨੇ, ਉਹਨੇ ਸੰਜਮ ਕੀਤੇ ਨੇ, ਉਹਨੇ ਤਿਆਗ ਕੀਤੇ ਨੇ। ਪਰ ਇੱਕ ਵਿਅਕਤੀ ਉਹਨਾਂ ਦੇ ਝੂਠੇ ਭਾਂਡੇ ਮਾਂਜ ਕੇ ਮਹਾਂਪੁਰਖ ਹੋ ਗਿਆ। ਅਗਰ ਇਹ ਪ੍ਰਣਾਲੀ ਚਲਾਉਣੀ ਵੀ ਸੀ ਨਾ, ਤੇ ਫਿਰ ਗੁਰੂ ਨਾਨਕ ਸਾਹਿਬ ਤੋਂ ਪੁੱਛਣਾ ਤੇ ਸਿੱਖਣਾ ਚਾਹੀਦਾ ਸੀ। ਜੇ ਇਸ ਪੱਖ ਨੂੰ ਮੁੱਖ ਰੱਖਿਆ ਜਾਂਦਾ ਤੇ ਫਿਰ ਸ਼ਾਇਦ ਅੱਜ ਇਹ ਚੀਜ਼ ਅੱਗੇ ਚੱਲਣੀ ਨਹੀਂ ਸੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰਲਲ ਬਰਾਬਰ ਇਹ ਜਿੰਨੀਆਂ ਪ੍ਰਣਾਲੀਆਂ ਚੱਲੀਆਂ ਨੇ, ਇਹ ਸਾਰੀਆਂ ਠੀਕ ਨਹੀਂ, ਯੋਗ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ। ਉਹ ਜਿਹੜਾ ਕਹਿੰਦੇ ਜੀ ਮੇਰੀ ਸੇਲੀ ਟੋਪੀ ਤੂੰ ਚੇਲਿਆ ਤੂੰ ਪਾ ਲੈ, ਸਤਿਗੁਰੂ ਕਹਿੰਦੇ ਉਹ ਮੂਰਖ ਹੈ। ਤੇ ਜਿਹਨੇ ਉਹ ਸੇਲੀ ਟੋਪੀ ਪਾ ਲਈ, ਕਹਿੰਦੇ ਉਹ ਤੇ ਬਿਲਕੁਲ ਹੀ ਬੇਸ਼ਰਮ ਹੈ। ਨਲੱਜ ਦਾ ਅਰਥ ਕੀ ਹੈ? ਦੇਖੋ, ਅੱਜ ਵੀ ਮੈਂ ਬਟਰਿੰਗ ਕਰਾਂ, ਇਹਦੇ ਅਰਥ ਕੁਛ ਹੋਰ ਵੀ ਹੋ ਸਕਦੇ ਨੇ, ਪਰ ਜੇ ਇਹਨੂੰ ਮੈਂ ਸਿੱਧੇ ਅਰਥਾਂ ਵਿੱਚ ਬੋਲਾਂ ਤੇ ਇਹਦੇ ਅਰਥ ਨੇ ਕੁਲਹਾਂ ਦਿੰਦੇ ਬਾਵਲੇ। ਸੇਲੀ ਟੋਪੀ ਦੇਣੀ, ਆਪਣੀ ਗੱਦੀ ਦੇਣੀ, ਇਹ ਕਿਸੇ ਮੂਰਖ ਦਾ, ਬਾਵਲੇ ਦਾ ਕੰਮ ਹੈ, ਬਾਵਰੇ ਦਾ ਕੰਮ ਹੈ। ਪਰ ਲੈ ਲੈਣੀ ਕਹਿੰਦੇ ਵੱਡੇ ਬੇਸ਼ਰਮ ਦਾ ਕੰਮ ਹੈ, ਨਿਲੱਜ ਦਾ ਕੰਮ ਹੈ। ਚੂਹਾ ਖੱਡ ਨਾ ਮਾਵਈ ਤਿੱਕਲ ਬੰਨ੍ਹੈ ਛੱਜ। ਇਹ ਤੇ ਇੰਝ ਹੋ ਗਿਆ ਕਿ ਚੂਹਾ ਪਹਿਲਾਂ ਹੀ ਖੁੱਡ 'ਚ ਪੂਰਾ ਨਹੀਂ ਸੀ ਆਉਂਦਾ, ਹੁਣ ਉਹਨੇ ਕਿਹਾ ਵੀ ਮੇਰੀ ਪੂਛ ਨਾਲ ਛੱਜ ਵੀ ਬੰਨ੍ਹ ਦਿਓ। ਦੱਸੋ ਹੁਣ ਇਹ ਖੁੱਡ 'ਚ ਕਿਵੇਂ ਪੂਰਾ ਆਵੇਗਾ ਭਾਈ? ਬੰਦਾ ਤੇ ਪਹਿਲਾਂ ਹੀ ਨਹੀਂ ਮਾਨ। ਦੇਖੋ, ਮਾਟੀ ਕੋ ਪੁੱਤਰਾ कैसे नचत है, देखै देखै सुनै बोलै दौड़ियो फिरत है। जब किछ पावै तब गर्व करत है। ये केवल एक सधारण बंदे दी सतगुरु जी ने पहचान दसी है। ये बिल्कुल एक सधारण आदमी है। और तुसी वेख्या होएगा कि तुसी मंगते लड़दे नहीं वेखे, कि साधु लड़दे नहीं वेखे, कि मजदूर लड़ते नहीं वेखे। इतनी भी कले अमीर आदमी एक दूजे को वकीलों के नोट्स भेजते हैं। ये बंदे दे निज दी एक बीमारी है कि बंदा कदे भी अपने तो दूजे को कदे बराबर समझता ही नहीं, वड्डा मनता ही नहीं है भाई। जे एक बंदे दे अपने हालात ये सी ते उतों उन्होंने किसी ने सैली टोपी दे दी, कहते तो इवें हो गया भी चूहा पहला आप खुड विच पूरा नहीं सी आउंदा, हुण पूछ दे नाल छज बन के बह गया। बड़ी सौखी बाणी ते सौखे अर्थ ने। चूहा खड ना मावई तिकल बन्ने छज। वो जिहड़ा तीलियां दा बनिया होया छज है, वो उन्हें अपनी पूछल दे नाल बन लिया। देन दवाई से मरे जिनको देन से जाहे। हुण वो लोकां नूं दुआवां देण लग गए, आशीर्वाद देण लग गए, थापड़े देण लग गए। ते सतगुरु कहंदे भाई जिन्हां दित्ते वो भी मर गए, ते जिन्हां ने लै लै चले वो भी दुनिया तो गए। नानक हुक्म ना जापई किथे जाए समाहे। रब दे इस हुक्म दी किसी नूं गल समझ नहीं आई, ते ना ये पता लग्या कि कुल्हां देण वाले किधर गए, ते ना ये पता लगा कि लैण वाले किधर गए। ये गद्दियां लैण वाले ते देण वाले किथे चले गए। फसल आहाड़ी एक नाम सावणी सच नाओ। मेरे वास्ते ते पाई हाड़ी ते सौनी दी फसल। केवल एक किरत जेड़ी एक परमेश्वर दा नाम है। मैं महदूद लिखाया खसमे कै दर जाए। कहंदे मैं ये परवाना उस प्रभु परमात्मा दे पासों लिखवा लिया।
कि इस नाम दे नाल मैं उस प्रभु परमात्मा दे घर कबूल चढ़ना है, उस प्रभु परमात्मा नूं प्राप्त करना है कि एक ऐसा पटा लिखाया है जिहड़ा उस खसम प्रभु परमात्मा की हजूरी विच पहुँच जाता है। दुनिया के दर केतड़े केते आवें जाहे, दुनिया दे विच इन्हां पीरां मुरशदां दे बड़े अड्डे ने भाई, बड़े टिकाणे ने। अज वो जिहड़ा पंजाब गुरां दे नां ते जिउंदा सी, अज उत्थे तुसी डेरे पुछण जाओ। मैं तो एक दिन पढ़ रहा सीगा कि इन्ने स्कूल नहीं हैगे, इन्ने हॉस्पिटल नहीं हैगे जिन्हें धार्मिक स्थल बना दिते गए। बहुत सारे तो गुरुडम चलाउण वाले लोगों ने बना लए, कुछ असी जातां पातां दे नां ते गुरुद्वारे बना लए। और गुरु नानक साहब दे इन्हां स्थानां तो भी जिहड़ा प्रचार प्रसार होना चाहिदा सी, असी वो नहीं कर सके। वो भी साडियां जातियां दे विच वंडे गए, वो भी साडे अहंकार दे थां बन गए। और ये कहा जाता है कि हुण गुरुद्वारे ते साडा कब्जा है। शब्द कहण लग्या जुबान सड़ क्यों नहीं जाती साडी? बई तू गुरुद्वारे दा सेवादार ते हो सकदा है, तू गुरुद्वारे दा कब्जा करन वाला तू भाई इहो जिहा बाहुबली किवें हो सकदा है? साडी अरदास विच शब्द यही है कि जिन्हां ने गुरुद्वारियां दी सेवा लई कुर्बानियां कीतियां, उन्हां दी कमाई दा ध्यान धर के ते सानू पंथ ने हुक्म कीता है कि बोलो जी वाहिगुरू। पर जिहड़े ये कहण भी हुण ते कब्जा साडा है जी, ना भाई ये शब्द तो सानू कदे सोचने बोलने भी नहीं चाहिए। और सच है जिहड़ा वो बहुत कौड़ा है कि एक ने कब्जा किया होया, दूजा कब्जा करने वास्ते लांगड़ा खिंची फिरदा है। वो हर एलीगेशन लाउण वास्ते, हर बुराई थोपण वास्ते वो तैयार बैठा है। भाई नहीं, आपां इन्हां गुरुद्वारियां नूं मुक्त करिए। नहीं तो अज पिंडां थावां कलोनियां महल्लियां विच जिन्ने गुरु घर सी, किते उत्थों ये सच का प्रचार हो जाता, उत्थों ये ज्ञान रोशनी वंड दी जाती, ते अज ते दुनिया दे विच बहुत कुछ चंगा जिहड़ा सी वो बन जाना सी। भाई अरे गल मैं विदेशों में जाके वेखी है, कई बारी जबान इस गल दे लई थिड़कदी भी है कि शब्द बहुत कौड़े ने, औखे ने, पर सच यही है कि साडी बहुती कौम नूं वंडण दे विच इस वेले इन्हां गुरुद्वारियां नूं असी आधार बना लिया। होर तो कोई मैं बाहर वेख्या कोई होर कारण तो है नहीं कि उत्थे धड़े बने ने, ग्रुप बने ने, इश्तिहारबाजी एलीगेशन हो रहे ने। तो जे पुछया जाए काहदे लई, कहंदे जी बस ये गुरुद्वारे करके ही है सारा कुछ। जिथे गुरुद्वारे होए सोझी पाएसी दा सानू ये ज्ञान प्राप्त होना सी, रस्ता प्राप्त होना सी, उत्थे साडे बच्चे गुरुद्वारे जाण लई तैयार नहीं, साडियां भैणां जाण लई तैयार नहीं। जे चले जाण तो इक्को गल कहंदियां ने, पुत्त लंगर खुल गया छेती करो, इन्हां दा की पता कदों लड़ पैण। और जिहड़े इस प्रबंध दे नाल जुड़े लोग ने, मैं उन्हां नूं हत्थ जोड़ के बेनती करदा, दुनिया दे विचों तुसीं अपनी इज्जत गवा रहे हो। हुण ते हालात ये है कि गुरुद्वारा प्रबंध नाल संबंधित व्यक्ति कोई नवीं गड्डी लै लवे तो लोग कहण लग जाते ने, भाई वेख्या पिछले 2 महीने पहले ही गुरुद्वारे का प्रधान बने, नवीं गड्डी आ गई ना। असी इन्नी अपनी छवि क्यों खराब कर रहे हैं? लोग इदा क्यों सोचते हैं? ये तो हो ही नहीं सकता सीगा कि सच्चे पातशाह के अस्थान ते कोई आउणा सी उन्हें सेवा करने वास्ते, पर होया कि असी इस तो गवाच गए। लोगों के विचों साडा भाव खत्म हो गया। क्यों होया? क्योंकि असी इन्हां गुरुद्वारा साहब के अस्थानां तो वो सेवावां नहीं दे सके, उदां दी मर्यादा नूं असी नहीं कमा सके कि एक विश्वास, एक फेथ बनता। अज सवेरे शायद वो परिवार सुनता होवे ब्रह्मटन तो
उन्होंने 5 मिनट मेरे नाल लाए, मैनू सुता ठा के कि असीं 50,000 रुपया भेजना है, तुहाडे नां ते भेजना है। मैं कहा मेरे नां ते नहीं भेजना, मैं इन्ने जोगा नहीं हैगा। मेरे बच्चों लई परमात्मा ने बहुत कुछ मैनू दिता होया है, मैं किनू किनू दसांगा कि मेरे नां ते फॉरन तो काहदे पैसे आउंदे ने, सरकार भी पूछेगी। ठीक है, वो मेरे ईमान ते गल है कि मैं कढ़ा के फिर गुरुद्वारा साहब नू दवां, पर मैं हथ जोड़े मैं कहा नहीं, मैनू मेरे नां ते नहीं तुसीं भेज सकदे। तुसीं किसी अपने रिश्तेदार दे नां ते इंडिया च किते भी भेज दिओ, मैं तुहानू अकाउंट नंबर दिना, क्योंकि अज हर सिख अपना दसवंध कढ़ना चाहुंदा है। मैं अज बेनती भी करांगा संस्थावां नू कि आपां एक साझा एक फंड ऐसा बना लईए जिथे सारी दुनिया अपना हिस्सा पा लवे, ते अज मनुखता ते मानवता दी सेवा दे विच असीं अगली लाइन विच खड़े हो जाइए। असीं नहीं मानदे किसी नू कि गुरु नानक साहब तो वड्डा किसी दा कोई पीर पैगंबर हो सकता है। असीं नहीं मनण नूं तैयार कि गुरुद्वारे तो वड्डा किसी दा धर्म स्थल हो सकता है। असीं नहीं मनण नूं तैयार कि सिੱਖੀ तो वड्डा भी कोई कर्म हो सकता है। तो फिर भाई इहदा प्रमाण भी तो आपां दईए ना। वड्डे सतगुरु दे वड्डियां अस्थानां दे सोहणी मर्यादा दे असीं पैरोकार फिर अगे हो के खलो जाइए। जे डॉक्टर खलो सकते ने, पुलिस वाले खलो सकते ने, आपां धर्मी क्यों नहीं खलो सकते? आओ आपां अगे हो के मनुखता ते मानवता की सेवा करिए। अज हर सिख अपना घर खोलण लई तैयार है, हर सिख अपना अकाउंट खोलण लई तैयार है, हर सिख अपने घरों इस आपदा दे विच, इस प्रकोप दे विच वो अपना हिस्सा पाउण लई तैयार है कि जे दुनिया का दुख वंडिया जा सकता होवे तो सतगुरु पिता महाराज कहते ने दुनिया के दर केतड़े केते आवें जाहे। इन्हां पीरां फकीरां ने बड़े वड्डे अड्डे खोले हुए ने, कई आए तो कई इथों चले गए। केते मंगे मंगते केते मंग मंग खाए। इत्थे भाई कई वो ने जिहड़े मंग मंग के इस दुनिया तो चले गए ने, ते कई वो ने जिहड़े अज भी मंग मंग के खा रहे ने। 100 मन हस्ती घ्यो गुड़ खावे 500 दाना खाए। एक हाथी की कितनी वड्डी डाइट है, खुराक है कि वो 100 मन घ्यो खा सकता है, गुड़ खा सकता है, ते 500 दाना खाए। डके फूके खे उड़ावे सा गए पछताए। की कीता उन्हें? एडा वड्डा शरीर है हाथी का, खा लिया, फुकारे मार ले, स्वादियां भर भर के सुंडा अपने शरीर ते पा लिया, पर अखीर साह चला गया, मर गया। अंधी फूक मुई देवानी खसम मिट्टी फिर पानी। पर यह जरूर चेता रखना, जिस दिन उहदा हंकार मिटेगा तदों फिर उस प्रभु परमात्मा नूं ये जीव भावेगा, नहीं तो ये दुनिया अंधी है। इसे तरह ही जिवें हाथी ने खा लिया, फुकारे मार ले, इस माया नूं उड़ा लिया, अखीर साह चले गए तो खत्म हो गई। अध गुला चिड़ी का चुगन गैन चढ़ी बिल लाए। किन्नी क चिड़ी की खुराक है, हाथी के बराबर। बिल्कुल थोड़ी जी खुराक खा के वो आकाश में उड़ती है। खसमे भावे ओहा चंगी जे करे खुदाए खुदाए। रब नूं वो भी पाउंदी है जे वो थोड़ा जिहा भोजन खा के केवल अध गुला वो अपना चोग चोके जे खुदा खुदा करे तो सकता शी मारे सह मिरिया सब पिछे पै खाए। फिर सतगुरु दूजी उदाहरण देंदे ने कि वेखो भाई कि जे चिड़ी ने थोड़ा जिहा चोग चुगिया तो उत्थे एक बली शेर है जिन्हें सैकड़ा ही मिर्गां नूं मार दिता है। उहदे पिछे कई ऐसे भी जानवर ने जिन्हां ने उहदे मारे हुए जीवां नूं पशुआं नूं खा के अपना गुजारा किया है। होए सताना घुरे ना मावै सा गए पछताए। हुण लोकां नूं दुख दिंदा है, अपने घुरने दे विच ओह समाउंदा नहीं है, पर जिदन साह चला जाए वह भी मर जाता है। अंधा किस नूं बुक सुणावे? दसो भाई ये किनू
बुकारे मार के सुनाउंदा है। कौन? जिन्हों ये अपनी आवाज़ सुनाउणी चाहुंदा है। खसमे मूल ना पावे, रब नूं ये चंगा नहीं लगदा। अख स्यों प्रीत करे अक तिड्डा, अक डाली बह खाए। इहदे नालों ते अक दी डाली दे उत्ते बैठा, अक दा छोटा जिहा एक, उहनूं तिड्डा कहंदे ने, छोटा जिहा एक कीड़ा हुंदा है, कहंदे ओही चंगा है कि वो अक नूं ही खांदा है। ਉਹ अक तिड्डा जिहड़ा है वो डाली बह खाए, खसमे भावे ओह चंगा, जे करे खुदाए खुदाए। इस शेर नालों वो अक दा तिड्डा चंगा है, हाथी नालों वो चिड़ी चंगी है। नानक दुनिया चार दिहाड़े, सुख कीता दुख होई। सतगुरु गुरु नानक साहब कहते भाई ये दुनिया 4 दिनां दी है, तुसी सुख करदे हो, सच ये है कि इहदे विचों दुख ही पैदा हुंदा है। गल्लां वाले हैन कनेरे, छड्ड ना सके कोई, कोई नहीं है दुनिया दे विच जिहड़ा इस नूं छड्ड सके, जिहड़ा इस सुख दे लालच नूं छड्ड देवे। कहंदे सारे ही ने नहीं जी माया ते नागणी है, ते पुछो बाबा जी तुसी कदों छड्डोगे? तुसी भी लोकां दे घरे माया मंगणी जाने हो? कदे लोकां दे घरों असीं जाके सिੱਖੀ दी भीख मंगी है? नेता वोटां मंगण चले जाते हैं, बाबे माया मंगण चले जाते हैं। कोई पुछदा किसी के घर जाके भी तुहाडे घर च किन्ने बच्चे ने जिन्हां केस रखे ने, किन्ने ने जिन्हां ने अमर छकिया, किन्ने ने जिहड़े बाणी पढ़ते ने? कोई नहीं पुछदा। वो सामने मोना बंदा बैठा हुंदा, उदां ही कहणगे गुरमुखो बा वड्डा चैक कटो ना, ते मुड़ के तुहानूं की हक है तुसीं उन्हां नूं कहो जी शराबी कबाबी ने भाई। तो सच्चे बादशाह महाराज कहते हैं गल्लां वाले हैन कनेरे, गल्लां वाले लोग बड़े ने, पर इस माया नूं छड्डण वाला कोई नहीं है। छड्ड ना सके कोई, मक्खी मिठे मरना। भाई ये सच है, मक्खियां हमेशा मिठे ते जाके मरीਆਂ ने। जिन तू रखे तिन नेड़ ना आवे, तिन भौ सागर तरना। वाहिगुरू जी तुसी आप ही कृपा करोगे, जिन्हों रख लोगे वो इस भव सागर तो पार हो जाएगा। इन्ने क शब्द प्रवान करना जी, भुल्लां मेरियां ने खिमा कर देनियां। उपदेश मेरे सतगुरु जी का है, अपने पल्ले बन लेना। मेरी एक बेनती है हर गुरसिख नूं है कि भाई इस वेले एक साडे विच एक मनौत है कि जदों कोई बंदा दुनिया तो चला जाए ना, फिर असीं उहदे लई दान पुण्य करते हैं भी शायद उहदी आत्मा नूं पहुँच जाए। पता नहीं अज तक पहुँचे कि नहीं पहुँचे, पर अज जरूरत है कि वो दिन उड़ीक के दान पुण्य करन नालों जे आपां किते जिउंदिआं वो दान पुण्य कर दईए ना, तो मैं गुरु की गोद विच बैठ के विश्वास नाल कह सकदा आपां सारे बच सकते हैं, मरन की लोड़ नहीं पवेगी। अज जिथे भी कोई गरीब बैठा उसकी आपां मदद करिए। दूसरी बेनती है कि जिन्हां ने विदेशों तो माया घलनी होवे, वो किसी भी पंजाब दे विच, पंजाब दी हिंदुस्तान की किसी स्टेट विच किसी बैठे रिश्तेदार नूं मनीग्राम कर दिओ, वैसटर्न यूनीयन कर दिओ, क्योंकि सीधा गुरुद्वारा साहिबाना नूं बहुत जगह पैसा नहीं पहुँचता। सो इहदे राही तुसीं माया भेज सकते हो। असीं उन्हां नूं दिल्ली से गुरुद्वारा प्रबंधक कमेटी का अकाउंट मैं दे देंगा, उन्होंने किते जाण की लोड़ नहीं। बैंक इंडिया विच खुले हुए ने, वो अपने लोकल बैंक विच जाके वो दिल्ली सिख गुरुद्वारा प्रबंधक कमेटी के अकाउंट विच पैसा पा सकते हैं। जां जिथे जिथे भी तुसीं बैठे उत्थे भी तुहाडे गुरुद्वारे हैगे ने, सभा सुसाइटियां हैगियां ने, जिथे जिथे बैठे हो सिखो भाई, उत्थे उत्थे अपने आले दुआले नूं संभाल लो। अज वक्त की बहुत लोड़ है। ये ना होवे कि जदों दुनिया विच लेखा जोखा होवे कि भाई जदों बहुत वड्डा माड़ा समा आया सी ते किहड़े किहड़े धर्म के लोगों ने किन्नी किन्नी सेवा की, ते उहदे विच साडी गिणती भावें 2% है, पर उत्थे साडा हिसाब किताब जिहड़ा है वो जिवें पहलां भी होया है कि हमेशा सिखां ने अगे हो के सेवा की है। अज भी उस असी अपने बजुर्गों की उस विरासत नूं संभालना है, अगे हो के मनुखता ते मानवता की सेवा करनी है। इन्ने शब्द प्रवान करना जी। भुल्लां बख्शो, फतेह बुलाओ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।